ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ। ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਕਬੀਰ ਜੀ ਕੀ ਬਾਣੀ। अठाई पदे आपां विचारे हन, जिस दे विच चौपदे सी, पंचपदे सी, तय पदे हन। फिर तय पदे चार तुके सी। सो आओ अज आपां कल विचार रहे सी, आपां मन की गल कर रहे सी कि मन अंतर बोलै सब कोई, मन मारे बिन भगत ना होई। मन नूं मारे तो बिना भगती नहीं होंदी। भाव मन जब तक प्रकाश रूप नहीं होंदा भगती नहीं होंदी। मन निर्मल नहीं होंदा भगती नहीं होंदी। कहो कबीर जो जाने पियो, मन मधुसूदन त्रै पवन दियो। जेड़ा इस भेद नूं जान लैंदा है, बाबा कबीर जी समझाउंदे ने कि वह मन भी उस परमेश्वर का ही रूप हो जाता है। त्रिलोकी दे विच उस सरगन रूप दे विच फिर सानू ज्ञान देंदा है। मन उस मालक का ही रूप हो जाता है। ये तक आपां कल विचार कीती सी। सो आओ अगे आपां विचार शुरू करते हाँ। गौड़ी कबीर जी रहो पंक्तियां ने। कहो रे पंडित अंबर का स्यो लागा, बूझै बूझनहार सुपागा। पंडित नूं पुछ रहा भी ये जिहड़ा अंबर है, आसमान है, जिस दे विच चंद्रमा है, सूरज है, तारे ने, किस दे सहारे खड़े ने? किसने इन्हां नूं पैदा कीता है? पंडित नूं सवाल करता बाबा कबीर जी ने। कहंदे इस सुभागा जीव ही उस नूं बुझ सकदा है, क्योंकि उस नूं आप बुझा दिंदा है। जिस नूं आप दया करदा है, जिंदे सुभागा जीव है, उस नूं आप बुझा दिंदा, उस नूं बुझ लैंदा है। ये रहो पंक्तियां ने। क्योंकि पंडित लोग जिहड़े वो गल्लां तां करदे ने, लेकिन जानते नहीं। लेकिन जिन्हां जाणिया उन्हां सानूं दस दिता कि ये सारा नाम दे सहारे है। नाम के तारे खंड ब्रह्मंड सारे नाम दे विच परोए हुए ने। सारिਆਂ दे विच आ परमेश्वर वसदा है, जिसनों आपां पढ़दे हाँ। पौण पानी, पौण दे विच भी, पानी विच भी, हर थां ते मालिक ही वसदा है। चार कुंट दा दिसे समाहे, तिसते पिन नहीं कोठाओ, गुर प्रसाद नानक सुख पाओ। धरन धरती ते आकाश विच, पताल विच, हर थां ते मालिक है। और शब्द शुरू करते हाँ। ओए दीस जो दिसै अंबर तारे, किन ओए चीते चीतन हारे। कि किसने ये सारे पैदा कीते ने? जो अंबर दे विच, आसमान दे विच तारे ने, चंद्रमा है, सूरज है। सूरज चंद करे उजियारा। सूरज ते चंद्रमा जिहड़े प्रकाश करते ने, बेशक चंद्रमा का अपना प्रकाश नहीं है, पर बनत बनाई है कि रात नूं कुछ दिन चंद्रमा चमकदा है, कुछ दिन नहीं चमकदा, कुछ दिन रात नूं थोड़ा चमकदा है।
ਕਿਤੇ ਰਾਤਾਂ ਆਉਂਦੀਆਂ ਨੇ, ਸਾਰੀ ਰਾਤ ਚੰਦਰਮਾ ਚਮਕਦਾ ਹੈ, ਕਿਤੇ ਚੰਦਰਮਾ ਪ੍ਰਕਾਸ਼ ਨਹੀਂ ਦਿੰਦਾ, ਕਿਉਂਕਿ ਚੰਦਰਮਾ ਦਾ ਆਪਣਾ ਪ੍ਰਕਾਸ਼ ਨਹੀਂ ਹੈ। ਜਦੋਂ ਸੂਰਜ ਦੇ ਸਾਹਮਣੇ ਚੰਦਰਮਾ ਆਮੋ ਸਾਹਮਣੇ ਹੁੰਦੇ ਨੇ, ਫਿਰ ਚੰਦਰਮਾ ਪ੍ਰਕਾਸ਼ ਕਰਦਾ ਹੈ ਰਾਤ ਨੂੰ। ਪਰ ਸੂਰਜ ਤੇ ਚੰਦਰਮਾ ਦੀ ਜਿਹੜੀ ਗਤੀ ਹੈ, ਇਹਨਾਂ ਦੇ ਵਿੱਚ ਫਰਕ ਹੈ, ਕਿਉਂਕਿ ਇੱਕ ਦਿਨ ਚੱਲਦੇ ਚੱਲਦੇ ਦੋਨੇ ਇੱਕ ਪਾਸੇ ਆ ਜਾਂਦੇ ਨੇ, ਸੂਰਜ ਤੇ ਚੰਦਰਮਾ ਇੱਕ ਦਿਸ਼ਾ ਦੇ ਵਿੱਚ, ਤੇ ਫਿਰ ਹੌਲੀ ਹੌਲੀ ਆਮੋ ਸਾਹਮਣੇ ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ। ਪਰ ਇਹ ਕਿਸ ਤੇ ਕੀਤਾ ਹੋਇਆ? ਉਸ ਪ੍ਰਭੂ ਦਾ। ਸਭ ਮੈਂ ਪਸਰਿਆ ਬ੍ਰਹਮ ਪਸਾਰਾ, ਵੀ ਸਾਰਿਆਂ 'ਚ ਬ੍ਰਹਮ ਦਾ ਹੀ ਪਸਾਰਾ ਹੈ। ਸੂਰਜ ਵੀ, ਚੰਦਰਮਾ, ਤਾਰੇ, ਸਾਰਿਆਂ 'ਚ ਬ੍ਰਹਮ ਬਸਦਾ ਹੈ। ਆਪ ਬ੍ਰਹਮ ਨੇ ਇਹ ਸਾਰਾ ਕੁਛ ਪੈਦਾ ਕੀਤਾ ਹੋਇਆ ਹੈ, ਬ੍ਰਹਮ ਦਾ ਹੀ ਪਸਾਰਾ ਹੈ। ਕਹੋ ਕਬੀਰ ਜਾਣੇਗਾ ਸੋਏ। ਪਰ ਇਸ ਚੀਜ਼ ਨੂੰ ਕੌਣ ਜਾਣ ਸਕਦਾ ਹੈ? ਸਾਰਿਆਂ ਦੇ ਵਿੱਚ ਬ੍ਰਹਮ ਨੂੰ ਕੌਣ ਦੇਖ ਸਕਦਾ ਹੈ, ਜਾਣ ਸਕਦਾ ਹੈ? ਜਿਸ ਦੇ ਸਾਰੇ ਇਹ ਸਾਰਾ ਸੰਸਾਰ ਖੜਾ ਹੈ। ਹਿਰਦਾ ਰਾਮ ਮੁਖ ਰਾਮੈ ਹੋਏ, ਜਿਹਦੇ ਹਿਰਦੇ 'ਚ ਰਾਮ ਵਸਿਆ ਹੈ ਤੇ ਮੁਖ ਤੇ ਰਾਮ ਬੋਲਦਾ ਹੈ, ਉਹ ਫਿਰ ਜਿਹੜਾ ਜੀਵ ਉਹਨਾਂ ਤੋਂ ਗਿਆਨ ਲੈ ਕੇ ਦੇਖਣਾ ਚਾਹਣਗੇ, ਉਸ ਨੂੰ ਜਾਣ ਲੈਣਗੇ। ਪਰ ਹਿਰਦੇ 'ਚ ਵੀ ਵਸਿਆ ਹੋਵੇ, ਮੁਖ ਤੋਂ ਵੀ, ਰਸਨਾ ਤੋਂ ਵੀ ਆਪ ਮਾਲਕ ਬੋਲਦਾ ਹੋਵੇ, ਫਿਰ ਜਾ ਕੇ ਜਾਣ ਸਕਦੇ ਹਾਂ। ਕਿਉਂਕਿ ਕਿਸੇ ਸੁਭਾਗੇ ਨੂੰ ਬੁਝਾ ਦਿੰਦਾ ਹੈ, ਜਿਹਨੂੰ ਬੁਝਾਉਂਦਾ ਉਸ ਨੂੰ ਬੁਝ ਲੈਂਦਾ ਹੈ। ਫਿਰ ਉਸ ਦੁਆਰਾ ਦੂਜੇ ਜੀਵਾਂ ਨੂੰ ਗਿਆਨ ਦਿੰਦਾ ਹੈ ਕਿ ਇਸ ਤਰੀਕੇ ਆਪਾਂ ਦੇਖ ਸਕਦੇ ਹਾਂ, ਉਸ ਮਾਲਕ ਨੂੰ ਬੁਝ ਸਕਦੇ ਹਾਂ ਜੋ ਸਾਰੇ ਥਾਂ ਪਸਰਿਆ ਹੋਇਆ ਹੈ। ਬ੍ਰਹਮੋ ਪਸਾਰਾ, ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਆਓ ਅਗਲਾ ਸ਼ਬਦ ਹੈ ਗੌੜੀ ਕਬੀਰ ਜੀ। ਰਹੋ ਪੰਕਤੀਆਂ ਨੇ। ਆਪਨ ਨਗਰ ਆਪ ਤੇ ਬਾਧਿਆ, ਮੋਹ ਕੇ ਫਾਦ ਕਾਲ ਸਰ ਸਾਂਧਿਆ। ਨਗਰ ਹੈ, ਸਾਡੇ ਸਰੀਰ ਨੂੰ ਨਗਰ ਕਿਹਾ ਹੈ, ਤੇ ਅਸੀਂ ਆਪਣੇ ਸਰੀਰ ਦੇ ਵਿੱਚ ਖੁਦ ਹੀ ਫਸ ਗਏ। 9 ਦਰਾਂ ਤੇ ਜਾਲ ਦੇ ਵਿੱਚ, ਮਾਇਆ ਦੇ ਵਿੱਚ ਖੁਦ ਹੀ ਫਸ ਗਏ। ਆਪਣੇ ਆਪ ਨੂੰ ਆਪ ਹੀ ਬੰਨਿਆ ਹੈ। ਕਿਉਂਕਿ ਕਿਵੇਂ ਬੰਧਿਆ ਜਾਂਦਾ ਹੈ? ਮੋਹ ਕੇ ਫਾਦ, ਮੋਹ ਦੀ ਫਾਹੀ ਪੈਂਦੀ ਹੈ ਸਭ ਤੋਂ ਪਹਿਲਾਂ ਜੀਵ ਨੂੰ, ਤੇ ਕਾਲ ਸਾਨੂੰ ਆਪਣਾ ਸੰਗਲਾਂ ਦੇ ਵਿੱਚ ਜਕੜ ਲੈਂਦਾ ਹੈ, ਆਪਣੇ ਕਬਜ਼ੇ ਵਿੱਚ ਕਰ ਲੈਂਦਾ ਹੈ, ਸਾਨੂੰ ਬੰਦੀ ਬਣਾ ਲੈਂਦਾ ਹੈ। ਪਰ ਕਿਤੇ ਹੋਰ ਪਾਸੇ ਅਸੀਂ ਬੰਦੀ ਨਹੀਂ, ਆਪਣੇ ਸਰੀਰ ਦੇ ਵਿੱਚ ਹੀ ਮਨ ਬੰਦੀ ਬਣ ਗਿਆ ਹੈ। ਪਰ ਬਣਿਆ ਕਿਉਂ? ਮੋਹ ਦੇ ਕਰਕੇ। ਮੋਹ ਦੀ ਫਾਹੀ ਪੈ ਗਈ ਹੈ, ਕਾਲ ਨੇ ਇਸ ਨੂੰ ਮੋਹ ਦੇ ਵਿੱਚ ਫਸਾ ਲਿਆ ਹੈ। ਇਹ ਰਹੋ ਪੰਕਤੀਆਂ ਨੇ। ਵੇਦ ਕੀ ਪੁੱਤਰੀ ਸਿਮਰਤ ਭਾਈ। ਹੁਣ ਸਮਝਾਉਂਦੇ ਨੇ ਕਿ ਵੇਦਾਂ ਨੂੰ ਪੜ੍ਹਦੇ, ਸਿਮਰਤੀਆਂ ਕਰਦੇ, ਸਿਮਰਨ ਕਰਦਾ ਜੀਵ। ਪੁੱਤਰੀ ਹੋ ਸਕਦਾ ਹੈ ਵੀ ਕਿਸੇ ਲੜਕੀ ਨੂੰ ਵੀ ਕਿਹਾ ਹੋਵੇ ਕਿ ਪੁੱਤਰੀ ਤੂੰ ਵੇਦਾਂ ਨੂੰ ਕੀ ਸਿਮਰਦੀ ਹੈ। ਕਿਉਂਕਿ ਜੋ ਅਰਥ ਕੀਤਾ ਇੱਥੇ, ਉਹ ਕੀਤਾ ਹੈ ਸਿਮਰਤੀ ਨੂੰ, ਵੀ ਇਹ ਸਿਮਰਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ। ਇਹ ਵੀ ਆਪਾਂ ਮੰਨ ਸਕਦੇ ਹਾਂ ਕਿ ਵੇਦਾਂ ਤੋਂ ਪੈਦਾ ਹੋਈ ਸਿਮਰਤੀ ਹੈ। ਜਾਂ ਇਹ ਵੀ ਕਿਸੇ ਲੜਕੀ ਨੂੰ ਸੰਬੋਧਨ ਕਰਕੇ ਵੀ ਕਿਹਾ ਹੋ ਸਕਦਾ ਹੈ ਕਿ हे ਪੁੱਤਰੀ ਤੂੰ ਵੇਦ ਕੀ ਸਿਮਰਦੀ ਹੈ। ਵੇਦ ਕੀ ਪੁੱਤਰੀ ਸਿਮਰਤ ਭਾਈ, ਵੇ ਪੁੱਤਰੀ ਕੀ ਵੇਦਾਂ ਨੂੰ ਸਿਮਰਦੀ ਹੈ। ਸਾਕਲ ਜੇਵਰੀ ਲਹਿ ਆਈ। ਕਲਯੁਗ ਦੇ ਵਿੱਚ ਇਹ ਸਾਡੇ ਗਲ ਦੇ ਵਿੱਚ ਵੇਦਾਂ ਨੇ ਹੀ ਸੰਗਲ ਪਾ ਲਏ ਨੇ,
क्योंकि असी पढ़न तक सीमित रह गए हाँ। पढ़ के जीव की करता है, अपने मार्ग दे विच आप ही टोए पट लेंदा है, खड्डे खोद लेंदा है, आप ही फस जाता है। जिन्ना पढ़ी जाएगा उन्ना ही उसनू ज्ञान ले जाएगा, उन्ना ही वो गड़दा जाएगा, दबदा जाएगा, धसदा जाएगा रस्ते दे विच। महाराज समझाते ने पढ़ पढ़ गड्डी लदी है, पढ़ पढ़ भरी है खात, पढ़ पढ़ गड्डी लदी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डी है खात। भी पढ़ पढ़ के अपने पैरों च बेड़ियां आप ही पा लईयां ते आप ही अपने रस्ते दे विच टोए पट ले। इस करके इन्हां ने ही सानू जकड़िया है, क्योंकि ये पढ़न का एक समा हुंदा है। पहला मन नू जगाउणा हुंदा है गुर दे ज्ञान द्वारा, फिर वेदां शास्त्रां सिमरतियां नू पढ़ना हुंदा है। लेकिन फिर सानू समझ आउंदी है। लेकिन जे असी पहला ही वेदां नू पढ़ना शुरू कर दईए तो फिर असी फस जाते हाँ। सारा संसार फसिया है, ना मन करके नहीं पढ़ते, चाहे गुरबाणी पढ़ते हाँ, चाहे वेद पढ़ते हाँ, कोई भी ग्रंथ पढ़ते हाँ, असी मन करके नहीं पढ़ते। उन्होंने चौथे पद विच विचार नहीं विचारते, त्रै गुणां दे विच पढ़ते हाँ। इस करके इत्थे ही मन तन दे विच फस चुकिया है, क्योंकि त्रै गुणां दे विच फसिया होया है, अपने आप ही बंधनां दे विच बंधिया होया है। कट्टी ना कट्टै टूट ना जाई, ते ऐसे सानू ये जेवरी पा लई, इसने गल दे विच जंजीर पा लई है। वेदां ने ग्रंथां ने जेड़े अखरां दे विच ने कि कट्टिया भी नहीं कट्टी जाती। जो वेदां दे विच लिखिया है, जे असी बिना ज्ञान लिया पढ़ते हाँ तो असी अपने गल दे विच खुद ही फाई पा लेंदे हाँ। ते ये कट्टी नहीं जा सकती, ना ये टुटती है। सा सापन होए जाको खाई, ते यही सानू फिर सरपणी बन के, नागणी बन के सानू खा रही सारे संसार नू। मन नू इत्थे ही एक निगल जाती है। हम देखत जिन सब जग लुटिया, ते बाबा कबीर समझाउंदे ने कि असी देखिया है कि सारा संसार ही इन्हां वेदां सिमरतियां ने लुटिया है। कोई पैसे कमा रहा है, कोई पैसे दे रहा है, लेकिन लुटिया कमाने वाला भी जा रहा है, क्योंकि उसका भी जीवन व्यर्थ जा रहा है। जिहड़ा पैसे देने वाला वो भी लुटिया जा रहा है, क्योंकि उसनू समझ भी नहीं लगी। उसने संसारी धन भी गवाया ते अपना जीवन भी गवाया, ते दूजे सुनाउण वाले ने संसारी धन तां कमा लिया, लेकिन अपना जीवन गवा लिया। लेकिन लुटे सारे जाते ने। कहो कबीर मैं राम कहे छूटिया, ते बाबा कबीर जी समझाउंदे ने कि असी तां राम कह के छुट गए, क्योंकि हुण राम दा ज्ञान ले लिया। हुण असी राम दी ही गल करते हाँ, असी वेदां शास्त्रां नूं नहीं पढ़ते। क्योंकि पहला समझिया सी कि वेद पढ़ने भले ने, पर फिर पता चलिया कि नहीं, परमेश्वर नाल जुड़ना भला है। कबीर मैं जानियो पढ़बो भला, पढ़बो ते भल जोग, भगत न छोड़ू राम की, भावे निंदो लोग। ते बेशक लोग उन्होंने माड़ा भी कहते सी, भी पढ़ते सी, हुण तां छड्ड गए, पता नहीं की करते ने। मूर्ख भी कहते सी, बहुत कुछ बोलते सी, बौरा कहते सी, पर वो कहते भी असीं तां राम कह के छुट गए, असीं हुण वेदां शास्त्रां नूं नहीं पढ़ते। क्योंकि प्रभु दे नाल जुड़ के ही छुट सकते हाँ, नाम नाल जुड़ के ही ये साहिब साडे जिहड़े फाही कट्टी जाती है सारी।
आओ अगला शब्द है गौड़ी राग दे विच ही गौड़ी कबीर जी रहो पंक्तियां ने अपना विचार असवारी कीजै सहज के पावड़ा पग धर लीजै। आपे दा पहला ज्ञान लेना है, सवारी करनी है, किसदी करनी है? मन ने तन दे बैठ के शब्द दी सवारी करनी हुंदी है, विचार दी, गुर दा ज्ञान लेना हुंदा है। ते गुर दे ज्ञान द्वारा मन कित्थे चले जांदा? सहज दे विच, चौथे पद विच। उत्थे साडा असी प्रवेश हो जाते हाँ सहज दे विच। सहज दी जड़ी पौड़ी पहली उत्थे साडा कदम रखिया जाता है। सहज के पावड़ा पग धर लीजै, उत्थे साडा पैर रखिया जाता है जिहड़ी सहज दी पौड़ी चौथे पद विच। पर कदों जदों मन दा ज्ञान लैंदे हाँ, अपने आप दी विचार लैंदे हाँ, उत्थे मन सवारी करता है। रहो पंक्तियां ने शब्द शुरू करते हाँ। दे मुहार लगाम पहरावो, मन नूं रोकदे हाँ, जिवें घोड़े नूं लगाम पहनदे हाँ पाउंदे हाँ, इदां ही मन नूं पहलां आपां इत्थे लगाम पाउंदे हाँ। फिर की करदे हाँ? सगल ते जीन गगन दौड़ावो। फिर इथों काठी पा के फिर एक गगन जिहड़ा सामने निराकार है, इस दे विच मन नूं लैके जांदे हाँ, इत्थे दौड़ाउंदे हाँ, नीचे लाउंदे हाँ, सामने लाउंदे हाँ, मस्तक के सामने। इत्थे फिर मन नूं आपां लैके चलदे हाँ। लेकिन पहला जिवें घोड़े दी लगाम हुंदी, इदां आपां भी लगाम पहराउंदे हाँ मन नूं। ते इत्थे मन नूं फिर आपां कहना की हुंदा है? चल रे बैकुंठ तुझे ले तारू, भी चल तैनू बैकुंठ ले चलदे हाँ, तैनू तारदे हाँ उत्थे। हिचे तां प्रेम के चाबक मारू, जे नहीं चाहुंदा करना तां फिर प्रेम द्वारा बार बार समझा के प्रेम द्वारा इसनूं चलाउणा हुंदा है। चाबक मारना, चाबक हुंदा है जिवें घोड़े नूं मार दिंदे हाँ, जानवरां नूं मार दिंदे हाँ। लेकिन इत्थे कोई संसारिक चाबक नहीं है, प्रेम दा, कि बार बार प्रेम द्वारा इसनूं गगन दे विच ध्यान लगाउणा है, लगाम पहराउणी है। कहत कबीर भले असवारा, ते बाबा कबीर समझाउंदे ने कि भला असवार किहड़ा है? बेद कतेब ते रहे निरारा, जिहड़ा बेदां कतेबां तो नियारा है, क्योंकि बेद कतेब ही सानूं बंधनां दे विच फसा लैंदे ने। जिहड़ा सिर्फ ध्यान ही लाउंदा है, बेद कतेबां तो ਰਹਿਤ हो के निरारा रहिंदा है, क्योंकि बेदां कतेबां दे विच बंधन ही ने। जब तक असी गुर दा ज्ञान नहीं लैंदे सानू बेद समझ नहीं आउंदे। जिहड़े बेदां कतेबां तो निरारे हो के सिर्फ निराकार दे विच गगन दे विच मन दा ध्यान लगाउंदे ने, वो भले असवार ने। आओ अगला शब्द है गौड़ी कबीर जी रहो पंक्तियां ने। एक दुख राम राय काटो मेरा, अगन दा है अर गर्भ बसेरा। ते इत्थे बाबा कबीर जी राम राय परमेश्वर दे चरनां च बेनती करदे ने कि ये मेरा एक दुख कट दिओ। किहड़ा दुख? ये जिहड़ा गर्भ दे विच जाना माया दा गर्भ है, ते माया दे गर्भ दे विच की है? अगन, जिथे मन सड़दा है। एक शरीर दा गर्भ है, एक मन दा गर्भ है। मन दा गर्भ की है? माया। माया की है? शरीर।
ਇਸ ਕਰਕੇ ਜਦੋਂ ਸਰੀਰ ਗਰਭ 'ਚ ਤਿਆਰ ਹੋ ਕੇ ਜਨਮ ਲੈ ਲੈਂਦਾ ਹੈ, ਮਨ ਸਰੀਰ 'ਚ ਆ ਕੇ ਵਸਦਾ ਹੈ। ਇਸ ਮਨ ਦੇ ਵਾਸਤੇ ਇਹ ਗਰਭ ਹੈ ਜਿੱਥੇ ਮਨ ਸੜਦਾ ਹੈ। ਜੇ ਸਾਨੂੰ ਮੁਕਤੀ ਮਿਲ ਜਾਵੇ ਤੇ ਅਸੀਂ ਮਾਇਆ ਦੇ ਸਰੀਰ ਦੇ ਵਿੱਚ ਨਹੀਂ ਆਵਾਂਗੇ। ਇਸ ਕਰਕੇ ਇਹ ਦੁੱਖ, ਹੇ ਰਾਮ ਰਾਏ ਮੇਰਾ ਇਹ ਦੁੱਖ ਕਾਟੋ। ਅਗਨ ਦਹੇ ਅਰ ਗਰਭ ਵਸੇਰਾ, ਤੇ ਅਗਨ ਦੇ ਵਿੱਚ ਸੜਨਾ ਤੇ ਗਰਭ ਦਾ ਜਿਹੜਾ ਬਾਰ-ਬਾਰ ਜੰਮਣਾ ਮਰਨਾ ਹੈ, ਇਹ ਦੁੱਖ ਮੇਰਾ ਕੱਟ ਦਿਓ। ਜੇ ਮੁਖ ਪਾਂਚੋ ਅੰਮ੍ਰਿਤ ਖਾਏ, ਸ਼ਬਦ ਦੇ ਵਿੱਚ ਸਮਝਾਉਂਦੇ ਨੇ, ਕਹਿੰਦੇ ਜਿਹੜੇ ਮੁਖ ਤੋਂ ਅਸੀਂ ਵਧੀਆ ਭੋਜਨ ਛਕਦੇ ਹਾਂ, ਅੰਮ੍ਰਿਤ ਖਾਂਦੇ ਹਾਂ, 36 ਪ੍ਰਕਾਰ ਦਾ ਭੋਜਨ ਛਕਦੇ ਹਾਂ, ਤੇ ਮੁਖ ਦੇਖਤ ਲੁਕਟ ਲਾਏ। ਤਾਂ ਦੇਖਦੇ ਨੇ ਕਿ ਜਿਸ ਮੁਖ ਤੋਂ ਅੰਮ੍ਰਿਤ ਖਾਂਦੇ ਸੀ ਕਿ ਫਿਰ ਜਦੋਂ ਮਰ ਜਾਂਦਾ ਹੈ, ਮੌਤ ਹੋ ਜਾਂਦੀ ਹੈ, ਉਸੇ ਮੁਖ ਦੇ ਵਿੱਚ ਘਿਓ ਪਾ ਦਿੰਦੇ ਤੇ ਅਗਨ ਲਾ ਦਿੰਦੇ ਹਾਂ, ਸੜਦੇ ਹਾਂ, ਕਿਉਂਕਿ ਉੱਥੋਂ ਹੀ ਅਗਨ ਪ੍ਰਵੇਸ਼ ਕਰਦੀ ਹੈ ਅੰਦਰ। ਇਸ ਕਰਕੇ ਜਦੋਂ ਜੀਵ ਦੇਖਦਾ ਹੈ ਕਿ ਆਹ ਹਾਲ, ਫਿਰ ਉਸ ਪ੍ਰਭੂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਸ ਤੋਂ ਸਾਨੂੰ ਬਚਾ ਲਓ, ਹੇ ਪ੍ਰਭੂ, ਇਹ ਦੁੱਖ ਸਾਡਾ ਜਨਮ ਮਰਨ ਦਾ ਇਹ ਕੱਟ ਦਿਓ। ਕਾਇਆ ਵਿਗੂਤੀ ਬਹੁ ਬਿਦ ਪਾਤੀ, ਕਾਇਆ ਜਿਹੜੀ ਹੈ ਬਹੁਤ ਤਰ੍ਹਾਂ ਦੀ ਕਾਇਆ ਹੈ, ਇੱਕ ਮਨੁੱਖਾ ਜਨਮ ਹੀ ਨਹੀਂ ਹੈ, ਬਹੁਤ ਤਰ੍ਹਾਂ ਦੀ ਕਾਇਆ ਹੈ। ਤੇ ਬਹੁਤ ਤਰ੍ਹਾਂ ਦੇ ਸੰਸਾਰ ਦੇ ਵਿੱਚ ਜਿਹੜੀਆਂ ਮੱਤਾਂ ਨੇ, ਕੋ ਜਾਰੇ ਕੋ ਗੜਲੇ ਮਾਟੀ, ਕੋਈ ਸਰੀਰ ਨੂੰ ਜਾਲਦਾ ਹੈ ਤੇ ਕੋਈ ਮਿੱਟੀ ਦੇ ਵਿੱਚ ਦਬ ਦਿੰਦਾ ਹੈ। ਲੇਕਿਨ ਕਾਇਆ ਤਾਂ ਕੁਛ ਵੀ ਹੈ, ਚਾਹੇ ਇਹਨੂੰ ਦੱਬ ਦਿਓ ਚਾਹੇ ਸਾੜ ਦਿਓ, ਕਿਉਂਕਿ ਮਿੱਟੀ ਹੈ, ਇਹ ਨਸਵਾਨ ਹੈ। ਜਦੋਂ ਇਸ ਦੇ ਵਿੱਚੋਂ ਜੋਤ ਨਿਕਲ ਗਈ, ਮਨ ਤਾਂ ਇਸ ਤੋਂ ਨਿਕਲ ਕੇ ਚਲਾ ਗਿਆ, ਕਿੱਥੇ ਚਲਾ ਗਿਆ? ਹੋਰ ਜੂਨ ਦੇ ਵਿੱਚ ਜਾਏਗਾ। ਸਰੀਰ ਹੈ ਜਿਹੜਾ, ਕਿਉਂਕਿ ਜਦੋਂ ਜੋਤ ਨਿਕਲ ਗਈ ਇਹ ਵਿਅਰਥ ਹੋ ਜਾਂਦਾ ਹੈ। ਇਸ ਨੂੰ ਜਾਂ ਸਾੜਨਾ ਪੈਂਦਾ ਹੈ ਜਾਂ ਦਬਣਾ ਪੈਂਦਾ, ਨਹੀਂ ਇਸ ਤੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਕਹੋ ਕਬੀਰ ਹਰ ਚਰਨ ਦਿਖਾਵੋ, ਤੇ ਬਾਬਾ ਕਬੀਰ ਸਮਝਾਉਂਦੇ ਨੇ ਕਿ ਹਰੀ ਦੇ ਚਰਨ ਦਾ ਭੇਤ ਦਿਓ। ਹਰੀ ਦੇ ਚਰਨਾਂ ਦਾ ਭੇਤ ਕੌਣ ਦੇਗਾ? ਜਿਨ੍ਹਾਂ ਨੇ ਹਰੀ ਦੇ ਚਰਨਾਂ ਨਾਲ ਜੁੜੇ ਨੇ, ਉਹ ਫਿਰ ਦੂਜਿਆਂ ਨੂੰ ਦੱਸਦੇ ਨੇ ਵੀ ਇੱਥੋਂ ਹਰੀ ਦੇ ਚਰਨ ਸ਼ੁਰੂ ਹੁੰਦੇ ਨੇ। ਕਿੱਥੋਂ ਸੁਣਦੇ ਨੇ? ਜਦੋਂ ਅਸੀਂ ਨੇਤਰਾਂ ਨੂੰ ਇੱਕ ਦ੍ਰਿਸ਼ਟ ਕਰ ਲੈਂਦੇ ਹਾਂ, ਇੱਕ ਤੀਰ ਦੀ ਤਰ੍ਹਾਂ, ਜਿੱਥੋਂ ਪਾਉਣ ਆਉਂਦੀ ਧਿਆਨ ਲਗਾ ਲੈਂਦੇ, ਉੱਥੋਂ ਪ੍ਰਭੂ ਦੇ ਚਰਨ ਸ਼ੁਰੂ ਹੋ ਜਾਂਦੇ ਨੇ, ਜਿਸ ਨੂੰ ਆਪਾਂ ਪੜ੍ਹਦੇ ਵੀ ਹਾਂ। ਨੇਤਰ ਤੂੰ ਕੇ ਚਰਨ ਤਰ ਸਤਦਰਵ ਤੀਰ ਤਰੰਗ, ਸ੍ਰੀ ਭਗਵਤ ਪੂਰਨ ਕੀਓ ਰਘੁਬਰ ਕਥਾ ਪ੍ਰਸੰਗ। ਉੱਥੋਂ ਹਰੀ ਦੇ ਚਰਨ ਸ਼ੁਰੂ ਹੋ ਜਾਂਦੇ ਨੇ। ਪਾਛੇ ਤੇ ਜਮ ਕਿਉਂ ਨਾ ਪਠਾਵੋ, ਜਦੋਂ ਹਰੀ ਦੇ ਚਰਨ ਨਾਲ ਜੁੜ ਗਿਆ ਮਨ, ਤੇ ਉੱਥੋਂ ਮਨ ਫਿਰ ਜਿਹੜੇ ਜਮ ਨੇ ਇਹਨਾਂ ਤੋਂ ਵੀ ਛੁਟਕਾਰਾ ਹੋ ਜਾਂਦਾ ਹੈ। ਪਰ ਉਹਨਾਂ ਦਾ ਹੀ ਹੁੰਦਾ ਹੈ ਜਿਹੜੇ ਪ੍ਰਭੂ ਦੇ ਚਰਨਾਂ ਨਾਲ ਜੁੜਦੇ ਨੇ, ਨਾਮ ਨਾਲ ਜੁੜਦੇ ਨੇ। ਪ੍ਰਭੂ ਦੇ ਚਰਨ ਨੂੰ ਨਾਮ ਵੀ ਕਿਹਾ ਹੈ, ਗੁਰ ਦਾ ਗਿਆਨ ਵੀ ਕਿਹਾ ਹੈ। ਜਿਹੜੇ ਉਸ ਗਿਆਨ ਨੂੰ ਲੈ ਕੇ ਪ੍ਰਭੂ ਦੇ ਚਰਨਾਂ ਨਾਲ ਜੁੜਦੇ ਨੇ, ਉਹਨਾਂ ਦਾ ਜਨਮ ਮਰਨ ਖਤਮ ਹੋ ਜਾਂਦਾ ਹੈ, ਜਮਾਂ ਦਾ ਡਰ ਖਤਮ ਹੋ ਜਾਂਦਾ ਹੈ। आओ अगला शब्द है गौड़ी कबीर जी। रहो पंक्तियां ने, राम जपत तन जर की ना जाए, राम नाम चित रहा समाए। हुण इत्थे जलना की है? राम जपत तन जर की ना जाए। ਤਨ ਦਾ ਜਿਹੜਾ ਆਪਣਾ ਮਾਇਆ ਹੈ, ਮਨ ਤੇ ਤਨ ਜਦੋਂ ਨਿਰਮਲ ਹੋ ਜਾਂਦੇ ਨੇ, ਤੇ ਉਸ ਨੂੰ ਕਹਿ ਦਿੰਦੇ ਨੇ ਕਿ ਇਹ ਤਨ ਦਾ ਜਲਣਾ
ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ, ਕਬੀਰ ਐਸਾ ਕੋ ਨਹੀਂ ਆਪਣੇ ਘਰ ਲਾਵੈ ਆਗ, ਪੰਚੋ ਲੜਕਾ ਜਾਰ ਕੇ ਰਹੇ ਰਾਮ ਲਿਵ ਲਾਗ। ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਫੂਕ। ਹੁਣ ਇੱਥੇ ਤਨ ਨੂੰ ਫੂਕਣਾ, ਤਨ ਦਾ ਜਲਣਾ ਕੀ ਹੈ ਕਿ ਮਨ ਨੇ ਪਰਮੇਸ਼ਰ ਨਾਲ ਜੁੜ ਜਾਣਾ, ਮਾਇਆ ਦਾ ਕੱਪੜਾ ਜਿਹੜਾ ਹੈ ਸਾਡੇ ਮਨ ਤੋਂ ਉਤਰ ਜਾਣਾ। ਮਨ ਨੇ ਮਾਇਆ ਦੇ ਕੱਪੜੇ ਤੋਂ ਰਹਿਤ ਹੋ ਜਾਣਾ। ਉਸ ਨੂੰ ਕਹਿ ਦਿੱਤਾ ਹੈ ਕਿ ਤਨ ਦਾ ਜਲਣਾ। ਇੱਕ ਜਲਦੇ ਨੇ ਅੰਤਮ ਸਮੇਂ ਜਦੋਂ ਮੌਤ ਹੋ ਜਾਂਦੀ, ਜਿਵੇਂ ਪਹਿਲਾਂ ਆਪਾਂ ਵਿਚਾਰ ਕੇ ਆਏ, ਇੱਕ ਜਿਉਂਦੇ ਜੀ ਮਰਨਾ, ਮਨ ਦਾ ਮਾਇਆ ਦਾ ਕੱਪੜਾ ਉਤਾਰ ਦੇਣਾ, ਪਾਪਾਂ ਦਾ ਕੱਪੜਾ ਸਾੜ ਦੇਣਾ ਨਾਮ ਦੁਆਰਾ। ਉਹ ਫਿਰ ਉਹੀ ਜਪਦੇ ਨੇ, ਰਾਮ ਨਾਮ ਚਿਤ ਰਿਹਾ ਸਮਾਏ। ਜਿਨ੍ਹਾਂ ਦਾ ਚਿੱਤ ਹੈ ਰਾਮ ਦੇ ਨਾਮ ਦੇ ਵਿੱਚ ਸਮਾ ਜਾਂਦਾ ਹੈ, ਉਹਨਾਂ ਦਾ ਜਿਹੜਾ ਮਾਇਆ ਰੂਪੀ ਕੱਪੜਾ ਹੈ ਤਨ ਦਾ, ਇਹ ਤਨ ਮਾਇਆ ਪਾਹਿਆ ਪਿਆਰੇ ਲੀਤਰਾ ਲੱਭ ਰੰਗਾਏ, ਉਹ ਫਿਰ ਜਲ ਜਾਂਦਾ ਹੈ, ਕਿਉਂਕਿ ਮਨ ਪ੍ਰਕਾਸ਼ ਹੋ ਜਾਂਦਾ ਹੈ। ਇਹ ਰਹੋ ਪੰਕਤੀਆਂ ਨੇ। ਆਪੇ ਪਾਵਕ ਆਪੇ ਪਵਨਾ। ਅੱਗ ਵੀ ਆਪ ਹੈ, ਹਵਾ ਵੀ ਆਪ ਹੈ, ਪੌਣ ਵੀ ਆਪ ਹੈ, ਅਗਨ ਵੀ ਆਪ ਹੈ, ਪਾਵਕ ਵੀ ਆਪ ਹੈ। ਜਾਰੈ ਖਸਮ ਤਾਂ ਰਾਖੈ ਕਵਣਾ। ਜਦੋਂ ਪ੍ਰਭੂ ਇਸ ਨੂੰ ਜਾਰਦਾ ਹੈ, ਕਦੋਂ ਜਾਰਦਾ ਹੈ? ਜਦੋਂ ਅਸੀਂ ਉਸ ਪ੍ਰਭੂ ਦੀ ਸ਼ਨ ਵਿੱਚ ਚਲੇ ਜਾਂਦੇ ਹਾਂ, ਤਾਂ ਕੋਈ ਵੀ ਨਹੀਂ ਬਚਾ ਸਕਦਾ। ਪਰ ਇਸ ਨੂੰ ਜਾਲ ਪ੍ਰਭੂ ਹੀ ਸਕਦਾ ਹੈ। ਗੁਰ ਦਾ ਗਿਆਨ ਹੀ ਸਾਡੇ ਮਨ ਦੇ ਉੱਤੇ ਜਿਹੜਾ ਇਹ ਮਾਇਆ ਰੂਪੀ ਕੱਪੜਾ ਹੈ, ਉਸ ਨੂੰ ਜਾਲ ਸਕਦਾ ਹੈ। ਜਿਹੜੀ ਪਾਪਾਂ ਦੀ ਮੈਲ ਲੱਗੀ ਹੈ, ਇਸ ਨੂੰ ਜਾਲ ਸਕਦਾ ਹੈ। ਕਾਕੋ ਜਰੈ ਕਾਹੇ ਹੋਏ ਹਨ। ਜਿਹਦਾ ਇਹ ਮਨ ਜਲ ਜਾਂਦਾ ਹੈ, ਉਹਦੇ ਨਾਲ ਕੋਈ ਹਾਨੀ ਨਹੀਂ ਹੁੰਦੀ, ਸਮਾਂ ਤੇ ਸਾਨੂੰ ਲਾਭ ਹੁੰਦਾ ਹੈ। ਜਿਹਦਾ ਮਾਇਆ ਰੂਪੀ ਕੱਪੜਾ ਜਲ ਜਾਂਦਾ ਹੈ, ਮਨ ਪ੍ਰਕਾਸ਼ ਹੋ ਜਾਂਦਾ ਹੈ। ਨਟਵਟ ਖੇਲਾ ਸਾਰੰਗ ਪਾਨ। ਫਿਰ ਹੀ ਸਾਨੂੰ ਉਸ ਮਾਲਕ ਦਾ ਭੇਤ ਆਉਂਦਾ ਹੈ। ਫਿਰ ਹੀ ਅਸੀਂ ਉਸ ਪ੍ਰਭੂ ਦੇ ਨਾਲ ਖੇਲ ਸਕਦੇ ਹਾਂ, ਆਨੰਦ ਮਾਣ ਸਕਦੇ ਹਾਂ। ਜਦੋਂ ਇਸ ਮਾਇਆ ਰੂਪੀ ਕੱਪੜੇ ਨੂੰ ਸਾੜ ਦਿੰਦੇ ਹਾਂ, ਉਤਾਰ ਦਿੰਦੇ ਹਾਂ, ਜਾਲ ਦਿੰਦੇ ਹਾਂ, ਪਰ ਆਪ ਨਹੀਂ ਜਾਲਿਆ ਜਾਂਦਾ। ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਹੀ ਜਾ ਕੇ ਇਹ ਮਾਇਆ ਦਾ ਕੱਪੜਾ ਜਿਹੜਾ ਜਲਦਾ ਹੈ। ਕਹੋ ਕਬੀਰ ਅੱਖਰ ਦੂਏ ਪਾਖ। ਹੁਣ ਬਾਬਾ ਕਬੀਰ ਸਮਝਾਉਂਦੇ ਨੇ ਉਹ ਅੱਖਰ ਕਿਹੜੇ ਨੇ ਜਿਹੜੇ ਦੂਜੇ ਅੱਖਰ ਨੇ। ਬਾਬਾ ਕਬੀਰ ਦੱਸਿਆ ਵੀ ਇੱਕ ਅੱਖਰ ਨੇ ਜਿਹੜੇ ਤ੍ਰੈ ਗੁਣਾਂ ਦੇ ਅੱਖਰ ਨੇ, ਜਿਹੜੇ 52 ਅੱਖਰ ਨੇ। 52 ਅੱਖਰ ਲੋਕ ਤ੍ਰੈ ਸਭ ਕਿਛ ਇਨਹੀ ਮਾਹੇ। ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨ ਮੈਂ ਨਾਹੇ। ਉਹ ਜਿਹੜੇ ਅੱਖਰ ਨੇ, ਇਹ ਅੱਖਰ ਖਤਮ ਹੋ ਜਾਂਦੇ, ਉਹ ਅੱਖਰ ਇਹਨਾਂ ਦੇ ਵਿੱਚ ਨਹੀਂ। ਫਿਰ ਉਹ ਅੱਖਰ ਪਾਕਦਾ ਹੈ। ਕੌਣ ਪਾਕਦਾ ਹੈ? ਜਦੋਂ ਪ੍ਰਭੂ ਸਾਡੇ ਮਾਇਆ ਰੂਪੀ ਕੱਪੜਾ ਉਤਾਰ ਦਿੰਦਾ ਹੈ, ਸਾੜ ਦਿੰਦਾ ਹੈ, ਮਨ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਮਨ ਦਾ ਉਸ ਪ੍ਰਭੂ ਦੇ ਨਾਲ ਬਸਦਾ ਹੈ, ਖੇਲਦਾ ਹੈ। ਫਿਰ ਆਪ ਰਸਨਾ ਤੋਂ ਬੈਠ ਕੇ ਉਹ ਦੋ ਅੱਖਰ ਪਾਕਦਾ ਹੈ। ਉਹ ਫਿਰ ਮਾਲਕ ਜਿਹੜੇ ਜੀਵ ਉਹ ਗਿਆਨ ਲੈਂਦੇ ਨੇ, ਉਹਨਾਂ ਨੂੰ ਰੱਖ ਲੈਂਦਾ ਹੈ। ਉਹਨਾਂ ਦਾ ਇਸ ਮਾਇਆ ਰੂਪੀ ਕੱਪੜੇ ਨੂੰ ਜਾੜ ਕੇ ਉਹਨਾਂ ਨੂੰ ਆਪਣੇ ਕੋਲ, ਆਪਣੇ ਘਰ ਵਿੱਚ ਵਸਾ ਲੈਂਦਾ ਹੈ। ਪਰ ਕਦੋਂ? ਜਦੋਂ ਪ੍ਰਭੂ ਬਸਦਾ ਹੈ ਹਿਰਦੇ ਦੇ ਵਿੱਚ, ਜਿਨ੍ਹਾਂ ਨੇ ਇਸ ਮਾਇਆ ਰੂਪੀ ਕੱਪੜੇ ਨੂੰ ਉਤਾਰ ਦਿੱਤਾ ਹੈ ਤੇ ਨਾਮ ਦੇ ਰੰਗ ਦੇ ਵਿੱਚ ਰੰਗ ਲਿਆ ਹੈ। ਕਾਇਆ ਰੰਗਨ ਜੇਥੀ ਹੈ ਪਿਆਰੇ, ਪਾਈਆ ਨੌ ਮਜੀਠ। ਰੰਗਣ ਵਾਲਾ ਜੇ ਰੰਗ ਹੈ ਸਾਹਿਬ, ਐਸਾ ਰੰਗ ਨਾ ਡੀਠ।
ਸੋ ਇਸ ਤਰੀਕੇ ਦਾ ਸਮਝਾਉਂਦੇ ਨੇ ਕਿ ਉਹ ਅੱਖਰ, ਉਹ ਗਿਆਨ ਆਖਣਾ ਹੈ ਜਿਹੜੇ ਪ੍ਰਭੂ ਨੂੰ ਮਿਲ ਜਾਂਦੇ ਨੇ, ਕਿ ਜਿਹੜਾ ਇਹਨਾਂ ਅੱਖਰਾਂ ਦੇ ਵਿੱਚ ਨਹੀਂ, ਕਿਉਂਕਿ ਉਹ ਕਿਹੜਾ ਹੈ? ਧਿਆਨ ਮਾਰਗ। ਉਹ ਅੱਖਰ ਕਿਹੜੇ ਨੇ? ਧਿਆਨ ਦੇ ਵੀ, ਇੱਦਾਂ ਧਿਆਨ ਦੇ ਵਿੱਚ ਚੱਲਣਾ ਹੈ। ਜਿੱਥੇ ਚੌਥੇ ਪਦ ਵਿੱਚ ਜਾਣਾ ਹੈ, ਉਸ ਧਿਆਨ ਮਾਰਗ ਨੂੰ ਹੀ ਅੱਖਰ ਕਿਹਾ, ਦੂਏ ਅੱਖਰ ਕਿਹਾ ਹੈ। ਪਰ ਕੌਣ ਪਾਖਦਾ ਹੈ? ਜਦੋਂ ਪ੍ਰਭੂ ਜਿਨ੍ਹਾਂ ਦੇ ਇਸ ਮਾਇਆ ਰੂਪੀ ਕੱਪੜੇ ਨੂੰ ਜਾਲ ਉਤਾਰ ਦਿੰਦਾ ਹੈ, ਤਨ ਰੂਪੀ ਕੱਪੜੇ ਤੋਂ ਮਨ ਨੂੰ ਛੁਡਾ ਦਿੰਦਾ ਹੈ, ਨਿਰਲੇਪ ਕਰ ਦਿੰਦਾ ਹੈ। ਆਓ ਅਗਲਾ ਸ਼ਬਦ ਹੈ ਦੁਪਦੇ ਹੈ। ਪਹਿਲਾਂ ਚੌਪਦੇ ਵਿਚਾਰੇ ਸੀ, ਪੰਚਪਦੇ ਵਿਚਾਰੇ, ਤੇਪਦੇ ਵਿਚਾਰੇ, ਇਹ ਦੁਪਦੇ ਹੈ। रहो पंक्तियां ने, कैसे जीवन होए हमारा जब ना होए राम नाम आधारा। भी जब तक साडा राम दा नाम साडे जीवन दा आधार नहीं बन जाता, मन दा आधार राम नाम नहीं बन जाता, साडा जीवन भी सुखी नहीं हो सकता। वो जीवन नहीं हो सकता जिस जीवन दे वास्ते सानू प्रभु सतगुरु जी उपदेश करते हैं। क्योंकि असली जीवन ही साडा उदों है जदों मन नू नाम की प्राप्ति हो जाती, ते मन नाम दा नू आधार बना लैंदा है। जिवें तीजे पातशाह समझाउंदे ने कि नाम दा ही है जिहड़ा साडे सारे भुखां नू गवा दिंदा है। पढ़दे हाँ आपां रोज ही, साचा नाम मेरा आधारो, साच नाम आधार मेरा, जिन भुखा सब गवाइयां, कर शांत सुख मन आए वसिया, जिन इच्छा सब पुजाइयां, सदा कुर्बान कीता गुर बेटो हो, जिस दियां ए बड़ियाइयां। ते किस तो कुर्बान जाना? गुर तो। सदा कुर्बान कीता गुर बेटो हो, गुर तो कुर्बान, जिस दियां ए बड़ियाइयां। क्योंकि उस गुर दियां ए बड़ियाइयां ने, उस द्वारा ही साडा नाम आधार बनता है। कह नानक सुनो संतो, शब्द तरो प्यारो, साचा नाम मेरा आधारो। जब तक राम नाम साडा आधार नहीं है, साडा वो जीवन नहीं हो सकता जिहड़ा सुख देने वाला जीवन है, जिसनू असली जीवन कहती है गुरबाणी। आओ बाबा कबीर जी की समझाउंदे ने शब्द दे विच, नाम है जोग ध्यान चित लाया। कहते जब तक ना तो जोग करिया, ना ध्यान धरिया, उस मालिक दा चित नहीं जोड़िया, बिन बराग ना शुर समाया। जब तक साडे अंदर बराग नहीं पैदा होंदा प्रभु दा, जदों बराग पैदा होंदा है फिर असी प्रभु नूं मिलना चाहुंदे हाँ, ते मिलना चाहुंदे हाँ, फिर असी ऐसे जीव लभदे हाँ जिहड़े प्रभु नूं मिला देंदे ने, जिहड़े सानूं ध्यान मार्ग दसदे ने, जिथे साडे साडा मन एक दृष्ट हुंदा है, जिसनों समझाउंदे ने गल्ली जोग ना होए, एक दृष्ट कर संसार जाने जोगी कहिए सोई। गल्लां दे नाल जोग नहीं, ते जोग करना है दोनों नेत्रां नूं सम कर लेना। संसार करना जानदा है वो फिर जोग है, उत्थे फिर ध्यान जोड़ना सीखना हुंदा है, प्रभु दे नाल किवें चित जोड़ना है। पर वो कीता ही नहीं, क्योंकि बैराग नहीं है, माया नूं छड्डिया नहीं, इस तन रूपी कपड़े नूं उतारिया नहीं, क्योंकि छुटेगा ताई, ये जड़ेगा ताई जे सानू प्रभु नूं मिलण दा चाह होएगा। ते प्रभु उदों ही मिलदा है जदों असीं इस तन रूपी कपड़े नूं छड्डदे हां। राम रतन तो पाइए जो पहले तजै शरीर। कहो कबीर खोजो आसमान, राम समान ना देखो आन। ते बाबा कबीर समझाउंदे ने कि जदों असीं फिर गुर दा ज्ञान लैके आसमान नूं खोजदे हां, फिर सारे पासे राम ही नजर आउंदा है, क्योंकि राम दे वर्गा दूजा कोई नहीं है। राम सर्वव्यापी है, हर एक चीज एक थां हो सकती दूजे थां नहीं हो सकती, लेकिन राम
ਸਰਵ-ਵਿਆਪੀ ਹੈ, ਜਰੇ ਜਰੇ 'ਚ ਰਮਿਆ ਹੈ, ਕਣ ਕਣ ਦੇ ਵਿੱਚ ਰਮਿਆ ਹੈ। ਇਸ ਕਰਕੇ ਰਾਮ ਤੋਂ ਬਿਨਾਂ, ਰਾਮ ਵਰਗਾ ਦੂਜਾ ਨਹੀਂ ਕੋਈ ਨਜ਼ਰ ਆਉਂਦਾ। ਪਰ ਕਿਹਨਾਂ ਨੂੰ ਨਜ਼ਰ ਆਉਂਦਾ? ਜਿਨ੍ਹਾਂ ਨੂੰ ਵੈਰਾਗ ਪੈਦਾ ਹੁੰਦਾ ਹੈ, ਜਿਹੜੇ ਫਿਰ ਯੋਗ ਕਰਦੇ ਨੇ, ਧਿਆਨ ਲਾਉਂਦੇ ਨੇ, ਪ੍ਰਭੂ ਦੇ ਵਿੱਚ ਚਿੱਤ ਲਾਉਂਦੇ ਨੇ। ਉਹ ਫਿਰ ਕਿੱਥੇ ਖੋਜਦੇ ਨੇ? ਸਾਹਮਣੇ ਗਗਨ ਨੂੰ, ਅਸਮਾਨ ਨੂੰ, ਧਰਤੀ ਤੋਂ ਲੈ ਕੇ ਆਕਾਸ਼ ਤੱਕ ਜੋ ਇਹ ਨਿਰਾਕਾਰ ਹੈ, ਇਸ ਦੇ ਵਿੱਚ ਖੋਜਦੇ ਨੇ ਤੇ ਇਸ ਦੇ ਵਿੱਚ ਮਾਲਕ ਦੇ ਦਰਸ਼ਨ ਹੁੰਦੇ ਨੇ। ਜਿੱਧਰ ਦੇਖਦੇ ਹਾਂ ਹਰ ਥਾਂ ਤੇ ਉਸ ਦਾ ਵਾਸਾ ਹੈ। अगला शब्द है, लास्ट है, जो दो पदे ने, ये 35वां पदा है। रहो पंक्तियां ने, इस तन धन को क्या गरवैया। कहते जिहड़ा इस तेरा तन है ਜਾਂ ਇਹ ਸੰਸਾਰਿਕ ਧਨ ਹੈ, ਕਾਹਦਾ ਗਰਭ ਕਰਦਾ, ਕਾਹਦਾ ਹੰਕਾਰ ਕਰਦਾ ਇਸ ਦਾ। ਰਾਮ ਨਾਮ ਕਾਹੇ ਨਾ ਦ੍ਰਿੜਈਆ। ਕਿਉਂ ਤੂੰ ਰਾਮ ਨਾਮ ਨੂੰ ਦ੍ਰਿੜ ਨਹੀਂ ਕਰਦਾ? ਕਿਉਂਕਿ ਜਦ ਤੱਕ ਤਨ ਦਾ ਹੰਕਾਰ ਹੈ, ਜੀਵ ਨੂੰ ਤਨ ਦਾ ਹੰਕਾਰ ਹੈ, ਰਾਮ ਦੇ ਨਾਮ ਨਾਲ ਨਹੀਂ ਜੁੜਦਾ। ਲੇਕਿਨ ਮਨ ਨੂੰ ਇਹ ਨਹੀਂ ਪਤਾ ਕਿ ਤਨ ਵੀ ਮੇਰਾ ਨਹੀਂ, ਇਹ ਤਨ ਵੀ ਮੇਰਾ ਨਹੀਂ, ये कुछ भी तेरा नहीं है। का को तन तन संपत का की, कास्यो ने हो लगाही, जो दीस है सो सगल विनाश है, जीव बादर की शाही। कहते काद नाल प्यार पाया है, ये तो नासवान चीजा ने, कादा गर्व करदा है तू। सच की है, राम दा नाम सच है। राम नाम के बराबर कुछ भी नहीं है। जिसनों आपां पढ़दे हाँ, राम नाम और मैं गयो, जाकर सम नहीं कोय, जे सिमरत संकट छुटै, दर्श तुहारो होए। इस करके राम नाम नू क्यों दृढ़ नहीं करते? राम नाम नू दृढ़ करिए, फिर ये तन भी प्रवान है, ये तन भी प्रवान है। फिर असी हंकार नहीं करते, फिर असी उस प्रभु का दिता इसनू समझते हाँ। कि किवें हंकार करदा है जी। जे सिर रच रच बादत पाख, सिर ते उत्ते अपने आप नू सरदार कहंदा है, चुन चुन के पग बनदा है। तन दा हंकार करदा है, सोहना लगदा, मैं सरदार हाँ, मैं बड़ा आदमी हाँ। सो सिर चूंच सवारे काग। ਉਹੀ ਫਿਰ ਦੇਖਿਆ ਕੋਈ ਬੰਦਾ ਸੀ ਜਿਹੜਾ ਬੜਾ ਤਨ ਨੂੰ ਸਵਾਰਦਾ ਸੀ, ਗਰਵ ਕਰਦਾ ਸੀ, ਪਰ ਪ੍ਰਭੂ ਦੇ ਨਾਮ ਦੇ ਨਾਲ ਨਹੀਂ ਸੀ ਜੁੜਦਾ। ਤੇ ਇੱਕ ਦਿਨ ਕੀ ਹੋਇਆ? ਮੌਤ ਹੋਈ। ਤੇ ਹੁਣ ਕਾ ਚੁੰਝਾ ਮਾਰਦੇ ਨੇ ਉਸ ਸਿਰ ਦੇ ਵਿੱਚ, ਜਿਹਦੇ ਤੇ ਬਹੁਤ ਸਵਾਰ ਕੇ ਪੱਗ ਬੰਨਦਾ ਸੀ। ਕਹਿਤ ਕਬੀਰ ਸੁਣੋ ਮਨ ਮੇਰੇ। ਤੇ ਬਾਬਾ ਕਬੀਰ ਜੀ ਸਮਝਾਉਂਦੇ ਆਪਣੇ ਮਨ ਨੂੰ। ਦੇਖਿਆ ਕਿਸੇ ਜੀਵ ਨੂੰ ਕਿ ਬੜਾ ਹੰਕਾਰੀ ਸੀ, ਬੜਾ ਆਪਣੇ ਆਪ ਨੂੰ ਧਨਵਾਨ ਸਮਝਦਾ ਸੀ, ਬੜਾ ਤਨ ਦਾ ਗਰਭ ਸੀ, ਸਿਰ ਤੇ ਬਹੁਤ ਸੋਹਣੀ ਪੱਗ ਬਣਦਾ ਸੀ ਚੁਣ ਚੁਣ ਕੇ। ਤੇ ਇੱਕ ਦਿਨ ਦੇਖਿਆ ਕਿ ਕੌਣ ਚੁੰਝਾ ਮਾਰ ਰਹੇ ਨੇ। ਤੇ ਬਾਬਾ ਕਬੀਰ ਜੀ ਕਹਿੰਦੇ ਵੀ ਦੇਖ, ਇਹ ਹਾਲ ਤੇਰਾ ਵੀ ਹੋਏਗਾ। ਕਹੇ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਵੀ ਇਹ ਨਾ ਸਮਝ ਵੀ ਇਹਦੇ ਨਾਲ ਹੀ ਹੋਇਆ, ਇਸ ਸਭ ਨਾਲ ਹੋਣਾ, ਤੇਰੇ ਨਾਲ ਵੀ ਇਵੇਂ ਹੋਣਾ। ਇਸ ਕਰਕੇ ਰਾਮ ਨਾਮ ਨੂੰ ਦ੍ਰਿੜ ਕਰੋ, ਕਿਉਂਕਿ ਇਹ ਤਨ ਤਨ ਦਾ ਗਰਭ ਨਾ ਕਰੀਏ। ਇਹ ਨਾਸਵਾਨ ਨੇ, ਇੱਕ ਦਿਨ ਨਾਸ ਹੋ ਜਾਣਾ ਹੈ। ਅੱਗੇ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਹਰ ਬਿਨ ਤੇਰੋ ਕੋ ਨਾ ਸਹਾਈ। ਸਮਝਾਉਂਦੇ ਕਿ ਹਰੀ ਤੋਂ ਬਿਨਾਂ ਕਿਸੇ ਨੇ ਸਹਾਇਤਾ ਨਹੀਂ ਕਰਨੀ। हर बिन तेरो को न सहाई, काको मात पिता सुत बनिता, को काहू को पाई। माता पिता पुत्र पत्नी भाई, किसे ने तेरी सहायता नहीं करनी। अगे
काको मात पिता सुत बनिता को काहू को भाई। धन धरनी अर संपत सगरी। जिन्ना ये धन है, तेरी जमीन है, जिन्नी तेरी सारी संपत्ति है, जो मानो अपनाई, जो तू अपनी मन्नी बैठा है, तन छूटे का संग न जाई, ताहे कहा लपटाई। कहने तन जिदन छुट गया, कुछ भी नाल नहीं जाना। क्यों इस दिन लपटिया है? दीन दयाल सदा दुख भंजन, तां से रुच न बढ़ाई। तो दीन दयालु प्रभु साडे दुखों का नाश करने वाला, उहदे नाल रुच नहीं बढ़ाई कदे। इस करके उस प्रभु दे नाल प्यार पाओ। उस प्रभु ने साडी सहायता करनी है। नानक कहत जग सब मिथ्या, जो सुपना रह नाई। सतगुरु समझाउंदे ने कि जगत झूठ है, ये ऐन दा सुपना है, सच है ते राम नाम है। सो आओ हुण 35 पदे इत्थे तक आपां विचारे हन बाबा कबीर जी दे, जिस दे विच 14 पदे चौपदे सी, ते उस तो बाद फिर 5 पदे आए, फिर ते पदे आए, ते पदियां दे विच 4 तुके शब्द आए, जिहदियां 4-4 पंक्तियां सी। एक पदे दे विच इत्थे 2-2 सी, ते पदियां दे विच 2-2 पंक्तियां सी। ते इदां करके 35 पदे आपां इत्थे लिखिया भी है, गौड़ी ग्वारेरी के पदे 35 पदे आपां विचार चुके हैं बाबा कबीर जी दे। कल तो जिहड़ा हुण फिर पदे ने, लेकिन अष्टपदे ने, अष्टपदियां ने, जिस दे विच 8-8 पदे ने। जिवें 3 पदे सी, 2 पदे भी आए, 3 पदे भी आए, ते इदां ही हुण अगे अष्टपदी पदियां ने, जिहदे विच 8-8 पदे ने, जो आपां कल नूं विचारांगे। सो हुण आपां ध्यान लाइए, राम नाम मुंदर करिए, जो कि अखर नहीं हैं, जो ध्यान मार्ग है, उसे नूं आपां ज्ञान लेना है, उस नाल जुड़ना है, ते वेदां किताबां तो निरारे होना है। मन ने सवारी करनी है शब्द दी, विचार दी, गुर दा ज्ञान लैके उस द्वारा आपां चलना है। किवें चलना है? 2 नेत्र ने, दोनों नेत्रां दे विच मन है। दोनों नेत्रां नूं इस पॉइंट ते आपां जिवें घोड़े दी लगाम हुंदी, इत्थे आपां दोनों नेत्रां नूं सम कर लेना है। पहला दे मुहार लगाम पहरावो, फिर इथों फिर गगन दे विच आपां मन नूं लेके जाना है, निराकार दे विच। समझ लो, अपने आप नूं पहला आपां देखना है, पहचानना है। इस पॉइंट ते दोनों नेत्रां नूं सम करके आपां ये देखना है कि सानूं नक दिसदा है जां नहीं। जेकर नक दिसदा है, फिर आपां साडी जोत 2 जोतां दे विच है, मन 2 दृष्टि दे विच है, 2 जोतां दे विच है। ते जे नक नज़र नहीं आउंदा, फिर असीं एक जोत हाँ, एक दृष्ट हाँ। जे नज़र आउंदा है तो देखना है, पए देखना किस पासे तो नज़र आउंदा है, सज्जे आउंदा है, खब्बे जां विचाले, दोनों पासे तो। इन्हां अपने आप की पहचान करनी है। इस तो फिर आप जी नूं आवाज़ देवांगे कि ध्यान सामने लेके आओ, मेरे वाल देख लो। पहला इस पॉइंट ते दृष्टि फोकस करनी है, अपने आप नूं पहचानना है, ध्यान मार्ग का ज्ञान लेना कि ध्यान साडा किस पासे है, कब इस पासे है जां इस पासे जां विचाले। क्योंकि इस पासे ध्यान होएगा, सानू सिर्फ इस पासे नक नज़र आएगा, इस पासे ध्यान होएगा, इस पासे नक नज़र आएगा, विचाले होगा दबल्ले तो नज़र आएगा। जैसे एक दृष्ट होवांगे, नक नज़र नहीं आएगा। जिहड़े नाम ते आउंदे ने, उन्हां नूं अपना नक सारा प्रकाश नज़र आएगा, शीशे की तरह चमकता नज़र आएगा। इस तरीके नाल अपने आप
इदां अपने आप ਨੂੰ देखना है। इत्थों फिर मैं आप जी ਨੂੰ आवाज़ देवांगा कि ध्यान सामने लैके आओ ते आपां सामने ले जाना गगन दे विच। फिर आप जी ਨੂੰ आवाज़ देवांगा कि ध्यान मस्तक दे सामने लै जाओ, पलकां उत्ते चुक दे। फिर जो कहांगा सामने, फिर सामने लै आना है। फिर जो कहांगा सम करो, फिर इस पॉइंट से सम करके अपने आप को देखना है। करनवा जीव कोई है उसने देखना है। जे पहला नक नज़र आउंदा सी कि हुण नज़र आउणों हट गया, फिर एक दृष्ट हो गया। फिर आप अगे ध्यान लावांगे नीचे सामने जिमें जिमें समा होएगा। सो आओ पहला नेत्र सम करके अपने आप को थोड़ा पहचानो, अपने आप की परख करो। सामने लेके आइए ध्यान, सामने देखो जी। मस्तक दे सामने लै जाओ, पलकां उत्ते चुक दो जी। फिर सामने लेके आइए ध्यान। फिर सम करके देखो, नक ते सम करके अपने आप को देखो। कोई नवा जीव जे नक दिसदा सी पहला, देखना है कि हुण दिसनों हट गया, एक दृष्ट हो गया। या इस पासे एक परछाई की तरह हल्का हल्का सा नजर आ सकता, जिमें एक परछाई जी धुंधला धुंधला जा, क्योंकि इस पासे सानू प्रकाश दिसना है।
नीचे लै जो ध्यान हुण जिथे भी आप बैठे, जो थल्ले विछया है, विछाई है, फर्श है, चादर है, उस तो थोड़ा ऊपर रिलैक्स देखना है। एक पॉइंट नहीं देखना, ध्यान खुला छड्डना है। उस चादर तो फर्श तो ऊपर देखना है थोड़ा, उत्थे सानू प्रकाश अनुभव होएगा। जिवें सरोवर दे विच जल दीयां लहरां हुंदियां ने, इदां ही इत्थे सानू अमृत जल दी हलचल अनुभव होएगी। फिर सम करके अपने आप नूं देखिए। फिर नीचे लै जाओ ध्यान।
और फिर सम करके देखिए अपने आप ਨੂੰ। फिर नीचे ले जाओ। आओ सम करके देखिए फिर अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਹ ਚੀਜ਼ ਇਸ ਤਰੀਕੇ ਨਾਲ ਆਪਾਂ ਇਹ ਦ੍ਰਿੜ ਕਰਨਾ ਹੈ ਮਾਰਗ, ਇਹ ਰਾਮ ਨਾਮ ਨੂੰ ਦ੍ਰਿੜ ਕਰਨਾ ਹੈ, ਕਿਉਂਕਿ ਇੱਥੇ ਲਗਾਮ ਪਹਿਰਾਉਣੀ ਤੇ ਗਗਨ ਦੇ ਵਿੱਚ ਚੱਲਣਾ ਹੈ। ਤੇ ਬਾਬਾ ਕਬੀਰ ਸਮਝਾਉਂਦੇ ਨੇ, ਕਹੇ ਕਬੀਰ ਭਲੇ ਅਸਵਾਰਾ ਬੇਦ ਕਤੇਬ ਤੇ ਰਹੇ ਨਿਰਾਲਾ। ਉਹ ਅਸਵਾਰ ਭਲਾ ਹੈ ਜਿਹੜਾ ਬੇਦਾਂ ਕਤੇਬਾਂ ਤੋਂ ਨਿਰਾਲਾ ਰਹਿੰਦਾ ਹੈ, ਧਿਆਨ ਮਾਰਗ ਤੇ ਵਿੱਚ ਚੱਲਦਾ ਹੈ, ਧਿਆਉਂਦਾ ਹੈ ਪ੍ਰਭੂ ਨੂੰ। ਜੋ ਨਾਮ ਨੂੰ ਧਿਆਉਂਦੇ ਨੇ ਉਹਨਾਂ ਦੀ ਕਾਲਨਾ ਥਾਂ ਪੈਂਦੀ ਹੈ। ਸੋ ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।